ਸਤਿ ਸ੍ਰੀ ਅਕਾਲ ਬਾਬਾ ਜੀ। कबीर मोहे मरने का चाव है, मरो ता हर कै द्वार। मत हर पूछे कौन है, परा हमारे बार। किरपा करके इस दे भाव अर्थ समझाउण दी किरपा करो जी। कबीर जी कह रहे हैं, मोहे मरने का चाव है। ਮਰਨ ਦਾ ਚਾਅ ਤੇ ਕਿਸੇ ਨੂੰ ਵੀ ਨਹੀਂ ਹੈ ਸੰਸਾਰ ਵਿੱਚ। ਸਾਰਿਆਂ ਨੂੰ ਜੀਣ ਦਾ ਹੀ ਚਾਅ ਹੈ ਨਾ, ਤੇ ਜੀਣ ਦੇ ਚਾਅ ਕਰਕੇ ਹੀ ਅਲੱਗ ਅਲੱਗ ਸ਼ੌਕ ਹਨ। ਕਿਸੇ ਨੂੰ ਧਨ ਕਮਾਉਣ ਦਾ ਸ਼ੌਕ ਹੈ, ਕਿਸੇ ਨੂੰ ਵਿਦੇਸ਼ਾਂ 'ਚ ਜਾਣ ਦਾ ਚਾਅ ਹੈ, ਕਿਸੇ ਨੂੰ ਮਹਿਲ ਖੜੇ ਕਰਨ ਦਾ ਚਾਅ ਹੈ। ਸੁਖ ਪੂਰਵਕ ਸੰਸਾਰ ਦੇ ਵਿੱਚ ਜੀਣ ਦਾ ਚਾਅ ਹੈ, ਸ਼ੌਂਕ ਹੈ ਕਹਿ ਲਓ। ਮਰਨ ਦਾ ਚਾਅ ਤੇ ਕਿਸੇ ਨੂੰ ਵੀ ਨਹੀਂ। ਤੇ ਕਬੀਰ ਜੀ ਕਹਿ ਰਹੇ ਹਨ, ਮੈਨੂੰ ਚਾਅ ਹੈ ਮਰਨ ਦਾ, ਪਰ ਮਰਨਾ ਕਿੱਥੇ ਹੈ? ਮਰੋ ਤਾਂ ਹਰ ਕੈ ਦੁਆਰ। ਹੁਣ ਹਰੀ ਦਾ ਦੁਆਰ ਕਿੱਥੇ ਹੈ? ਹਰੀ ਦਾ ਦੁਆਰ ਹੈ ਗੁਰੂ। ਗੁਰੂ ਨੂੰ ਦਰਵਾਜ਼ਾ ਕਿਹਾ ਹੈ, ਗੁਰੂ ਦੁਆਰਾ। ਸੰਸਾਰ ਤੇ ਪਰਮਾਤਮਾ ਦੇ ਵਿਚਾਲੇ ਗੁਰੂ ਇੱਕ ਦਰਵਾਜ਼ਾ ਹੈ, ਤੇ ਦਰਵਾਜ਼ੇ ਤੇ ਉਹ ਹੀ ਪਹੁੰਚਦਾ ਹੈ ਜਿਹੜਾ ਮਰਨ ਨੂੰ ਤਿਆਰ ਹੈ ਸੰਸਾਰ ਵੱਲੋਂ। ਕਿਉਂਕਿ ਵਿਚਾਲੇ ਹੈ ਨਾ ਦਰਵਾਜ਼ਾ। ਇੱਕ ਪਾਸਾ ਛੱਡੋਗੇ ਤੇ ਤਾਂ ਹੀ ਦੂਸਰੇ ਪਾਸੇ ਦਰਵਾਜ਼ੇ ਵਿੱਚ ਦੀ ਜਾਓਗੇ ਨਾ। ਤੇ ਕਬੀਰ ਜੀ ਕਹਿੰਦੇ ਹਨ, ਮੈਨੂੰ ਚਾਅ ਹੈ ਮਰਨ ਦਾ। ਤੇ ਸੰਸਾਰ ਵਿੱਚ ਮਰਨ ਦਾ ਚਾਅ ਉਹਨੂੰ ਹੀ ਪੈਦਾ ਹੁੰਦਾ ਹੈ ਜਿਹੜਾ ਸੰਸਾਰ ਨੂੰ ਚੰਗੀ ਤਰ੍ਹਾਂ ਜਾਣ ਲੈਂਦਾ ਹੈ, ਭੋਗ ਲੈਂਦਾ ਹੈ। ਇਹੋ ਹੀ ਮੈਂ ਅਕਸਰ ਕਹਿੰਦਾ, ਕਬੀਰ ਜੀ ਨੇ ਜਾਣਿਆ ਵੀ ਸੰਸਾਰ ਦੇ ਵਿੱਚ ਕੁਛ ਵੀ ਨਹੀਂ ਹੈ, ਅਸਾਰ ਹੀ ਅਸਾਰ ਹੈ, ਅਸਤ ਹੀ ਅਸਤ ਹੈ, ਕੂੜ ਹੈ, ਝੂਠ ਹੈ, ਸਭ ਵਿਅਰਥ ਹੈ, ਸੁਖ ਪੱਲਰ ਹਨ, ਸਭ ਦਿਖਾਵਾ ਹੈ, ਸਭ ਬਨਾਵਟੀ ਹੈ। ਤੇ ਸੰਸਾਰ ਦੇ ਵਿੱਚ ਜੀਣ ਦੀ ਇੱਛਾ ਖਤਮ ਹੋ ਗਈ, ਚਾਹ ਖਤਮ ਹੋ ਗਈ, ਤਾਂ ਹੀ ਮਰਨ ਦੀ ਚਾਹ ਪੈਦਾ ਹੋਈ ਨਾ। ਉਹਨਾਂ ਨੂੰ ਪੈਦਾ ਹੋਵੇਗੀ ਨਾ ਜਿਹੜੇ ਸੰਸਾਰ ਨੂੰ ਵਿਅਰਥ ਜਾਣਨਗੇ। ਵੈਸੇ ਤਾਂ ਸੰਸਾਰ ਦੇ ਵਿੱਚ ਵੈਰਾਗ ਬਹੁਤਿਆਂ ਨੂੰ ਪੈਦਾ ਹੋ ਜਾਂਦਾ ਹੈ। ਕਈ ਅਸਫਲ ਹੋ ਜਾਂਦੇ ਹਨ ਤੇ ਮਰਨ ਨੂੰ ਤਿਆਰ ਹੋ ਜਾਂਦੇ, ਪਰ ਉਹ ਅਸਫਲ ਹੋ ਕੇ ਮਰਨ ਨੂੰ ਤਿਆਰ ਹੁੰਦੇ ਹਨ ਸਰੀਰ ਕਰਕੇ। ਚਾਹੁੰਦੇ ਤੇ ਉਹ ਸਫਲਤਾ ਹਨ ਸੰਸਾਰ ਵਿੱਚ, ਆਤਮ ਹੱਤਿਆ ਕਰ ਲੈਂਦੇ, ਤੋ ਮਰਨਾ ਮੁਕੰਮਲ ਨਹੀਂ ਹੁੰਦਾ ਹੈ। ਕਿਉਂਕਿ ਉਹ ਮਰਨਾ ਤੇ ਸਰੀਰ ਕਰਕੇ ਹੈ, ਫਿਰ ਅੱਗੇ ਜਨਮ ਮਿਲ ਜਾਵੇਗਾ। ਪਰ ਕਬੀਰ ਜੀ ਦਾ ਜਿਹੜਾ ਮਰਨਾ ਹੈ ਨਾ, ਉਹ ਮੁਕੰਮਲ ਮਰਨਾ ਹੈ, ਟੋਟਲ ਸੰਸਾਰ ਵੱਲੋਂ। ਇਸੇ ਕਰਕੇ ਉਹ ਕਹਿ ਰਹੇ ਹਨ ਅਗਲੀ ਪੰਕਤੀ 'ਚ, ਮਤ ਹਰ ਪੂਛੇ ਕੌਣ ਹੈ, ਪਰਾ ਹਮਾਰੇ ਬਾਰ। ਜਿਹੜਾ ਮੁਕੰਮਲ ਟੋਟਲ ਮਰ ਜਾਂਦਾ ਹੈ ਨਾ, ਉਹਦਾ ਅਤਾ ਪਤਾ ਹੀ ਖੋ ਜਾਂਦਾ ਹੈ। ਕਿਉਂਕਿ ਅਤਾ ਪਤਾ ਤੇ ਸੰਸਾਰ ਦਾ ਹੀ ਹੈ ਨਾ। ਜਿਵੇਂ ਉਹ ਪਰਲੇ ਸਲੋਕ ਦੇ ਵਿੱਚ ਕਬੀਰ ਜੀ ਸਪਸ਼ਟ ਕਰਦੇ ਹਨ, ਕਹਿੰਦੇ ਹਨ, ਕਬੀਰ ਨਾ ਮੋਹੇ ਸ਼ਾਨ ਨਾ ਛਾਪਰੀ, ਨਾ ਮਹਿ ਘਰ ਨਹੀਂ ਗਾਓ। ਮਤ ਹਰ ਪੂਛੇ ਕੌਣ ਹੈ, ਮੇਰੇ ਜਾਤ ਨਾ ਨਾਓ। ਨਾ ਕਹਿੰਦੇ ਮੇਰਾ ਘਰ ਹੈ, ਨਾ ਕੋਈ ਛੰਨ ਹੈ, ਨਾ ਕੋਈ ਛੱਪਰੀ, ਨਾ ਕੋਈ ਡਰੈਸ, ਨਾ ਕੋਈ ਜਾਤ, ਨਾ ਕੋਈ ਪਾਤ, ਸਭ ਖੋ ਗਏ। ਤੇ ਜਿਹੜਾ ਗੁਰੂ ਦੇ ਦਵਾਰ 'ਤੇ ਪਹੁੰਚ ਜਾਂਦਾ ਹੈ ਨਾ, ਪਹੁੰਚਦਾ ਹੀ ਉਹ ਹੈ ਜਿਹੜਾ ਸਭ ਕੁਛ ਖੋ ਦਿੰਦਾ ਹੈ, ਪੁਰਾਣਾ ਅਤਾ ਪਤਾ।
ਸ਼ੂਦਰ ਖੋਹ ਦਿੰਦਾ ਹੈ ਬੂੰਦ ਦੀ ਤਰ੍ਹਾਂ ਜੋ ਵੀ ਆਪਣੇ ਨਾਲ ਜੋੜਿਆ ਸੀ। ਤੇ ਜੋ ਵੀ ਅਤਾ ਪਤਾ ਹੈ ਸਭ ਸੰਸਾਰ ਦਾ ਹੀ ਹੈ ਨਾ। ਤੇ ਆਦਮੀ ਇੱਕ ਸ਼ੂਦਰ ਦਾਇਰੇ ਦੇ ਵਿੱਚ ਬੰਦ ਹੋ ਜਾਂਦਾ ਹੈ। ਇਹੋ ਹੀ ਬੰਧਨ ਹੈ। ਕਿੰਨਾ ਕੁਛ ਆਪਣੇ ਨਾਲ ਜੋੜ ਕੇ ਨਾ ਇੱਕ ਬਹੁਤ ਹੀ ਸ਼ੂਦਰ ਇਕਾਈ ਬਣ ਜਾਂਦਾ ਹੈ। ਪਹਿਲਾਂ ਤਾਂ ਧਰਮ ਦੇ ਨਾਲ ਜੋੜ ਲੈਂਦਾ ਹੈ, ਕਿਸੇ ਧਰਮ ਦਾ ਹੈ, ਦੂਸਰੇ ਧਰਮਾਂ ਨਾਲੋਂ ਟੁੱਟ ਗਿਆ। ਫਿਰ ਕਿਸੇ ਜਾਤੀ ਦਾ ਹੈ, ਦੂਸਰੀਆਂ ਨਾਲੋਂ ਟੁੱਟ ਗਿਆ। ਫਿਰ ਹੋਰ ਸੰਕੀਰਣ ਕਰ ਲੈਂਦਾ ਹੈ ਵੀ ਮੇਰਾ ਇਹ ਨਾਮ ਹੈ, ਮੇਰਾ ਇਹ ਇਲਾਕਾ ਹੈ, ਮੇਰਾ ਇਹ ਨਗਰ ਹੈ, ਮੇਰਾ ਇਹ ਮੁਹੱਲਾ ਹੈ। ਉਹ ਮੈਂ ਨੂੰ ਬਿਲਕੁਲ ਸੰਕੀਰਣ ਕਰ ਲੈਂਦਾ ਹੈ। ਛੋਟੀ ਜਿਹੀ ਇਕਾਈ, ਸ਼ੂਦਰੀ ਇਕਾਈ ਦੇ ਵਿੱਚ ਬੰਦ ਹੋ ਜਾਂਦਾ ਹੈ। ਤੇ ਸਭ ਸੰਸਾਰ ਦਾ ਹੀ ਹੈ। ਤੇ ਸੰਸਾਰ ਸੰਕੀਰਣ ਕਰਦਾ ਹੈ ਮਨੁੱਖ ਨੂੰ। ਤੇ ਸੰਸਾਰ ਦੇ ਜੋ ਇਹ ਸ਼ੂਦਰਤਾ ਹੈ ਨਾ, ਉਹਨੂੰ ਜਿਹੜਾ ਛੱਡਦਾ ਹੈ ਬੂੰਦ ਦੀ ਤਰ੍ਹਾਂ ਮਿਟ ਜਾਂਦਾ ਹੈ। ਨਾ ਕੋਈ ਨਾਮ ਰਿਹਾ, ਨਾ ਕੋਈ ਪਤਾ ਰਿਹਾ, ਨਾ ਕੋਈ ਜਾਤ, ਨਾ ਕੋਈ ਪਾਤ। ਸਭ ਕੁਛ ਮਿਟ ਗਿਆ, ਬੂੰਦ ਦੀ ਤਰ੍ਹਾਂ ਮਿਟ ਗਿਆ। ਉਹ ਫਿਰ ਸਾਗਰ ਹੋ ਗਿਆ। ਉਹਦਾ ਫਿਰ ਨਾਮ ਪਤਾ ਖੋ ਗਿਆ। ਫਿਰ ਕਬੀਰ ਜੀ ਕਹਿੰਦੇ ਹਨ, ਮਤ ਹਰ ਪੁੱਛੇ ਕੌਣ ਹੈ। ਵੀ ਪਰਮਾਤਮਾ ਪੁੱਛੇਗਾ ਜਾਂ ਗੁਰੂ ਪੁੱਛੇਗਾ, ਕੋਈ ਗੱਲ ਹੈ ਵੀ ਕੌਣ ਹੈ, ਤੇ ਮੈਂ ਕੀ ਦੱਸੂੰਗਾ। ਕਬੀਰ ਤੇ ਰਿਹਾ ਹੀ ਨਹੀਂ, ਨਾ ਕੋਈ ਜਾਤ ਰਹੀ, ਨਾ ਕੋਈ ਪਾਤ ਰਹੀ। ਸੰਸਾਰ ਤੇ ਮਿਟ ਗਿਆ। ਤੇ ਸੰਸਾਰ ਵੱਲੋਂ ਟੋਟਲ ਮਿਟਣਾ ਹੈ। ਦੇਖੋ ਤੁਸੀਂ ਖਿਆਲ ਕਰੋ, ਸਾਧੂ ਮਹਾਤਮਾ ਵੀ ਆਪਣੀ ਜਾਤ ਪਾਤ ਨਹੀਂ ਛੱਡਦੇ ਹਨ। ਬਹੁਤ ਉੱਚ ਕੋਟੀ ਦੇ ਮੈਂ ਸਾਧਕ ਦੇਖਿਆ ਹੈ, ਮਹਾਤਮਾ ਦੇਖਿਆ, ਉਹ ਵੀ ਕਿਸੇ ਨਾ ਕਿਸੇ ਧਰਮ ਦੇ ਨਾਲ ਜੁੜੇ ਹੋਏ ਹਨ, ਕਿਸੇ ਸਾਖਾ ਦੇ ਨਾਲ, ਕਿਸੇ ਸੰਪਰਦਾ ਦੇ ਨਾਲ ਜੁੜੇ ਹੋਏ ਹਨ। ਛੱਡ ਉਹ ਵੀ ਨਹੀਂ ਰਹੇ ਹਨ। ਤੇ ਗੁਰੂ ਦੇ ਦੁਆਰੇ ਤੇ ਉਹ ਵੀ ਨਹੀਂ ਪਹੁੰਚੇ ਹਨ। ਗੁਰੂ ਦੇ ਦੁਆਰੇ ਤੇ ਉਹ ਹੀ ਪਹੁੰਚਦਾ ਹੈ ਜਿਹੜਾ ਸੰਸਾਰ ਦਾ ਸਭ ਕੁਝ ਹੀ ਛੱਡ ਦਿੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਉਹਨਾਂ ਚਿਰ ਗੁਰੂ ਦੇ ਦੁਆਰੇ ਤੇ ਨਹੀਂ ਪਹੁੰਚਦਾ ਹੈ ਕੋਈ, ਭਾਵੇਂ ਗੁਰੂ ਦੇ ਕੋਲ ਵੀ ਬੈਠਾ ਰਹੇ। ਪਹਿਲੀ ਗੱਲ ਤੇ ਹੰਕਾਰੀ ਆਦਮੀ ਨਹੀਂ ਪਹੁੰਚੇਗਾ। ਜਿਵੇਂ ਉੱਪਰਲੇ ਸ਼ਲੋਕ ਦੇ ਵਿੱਚ ਲਿਖ ਰਹੇ ਹਨ ਨਾ, ਕਬੀਰ ਜੀ ਕਹਿ ਰਹੇ ਹਨ, ਕਹਿੰਦੇ ਹਨ, ਕਬੀਰ ਮੁਕਤ ਦਵਾਰਾ ਸ਼ੰਕਰਾ ਰਾਈ ਦਸਵੇਂ ਪਾਏ, ਮਨ ਤੋਂ ਮੈਗਲ ਹੋਏ ਰਹਿਓ ਨਿਕਸੈ ਕਿਉਂ ਕਹਿ ਜਾਏ। ਕਹਿੰਦੇ ਹਾਥੀ ਵਰਗਾ ਮਨ ਹੈ ਤੇ ਕਿਵੇਂ ਜਾਵੇਗਾ ਉਸ ਦਰਵਾਜ਼ੇ ਵਿੱਚ ਦੀ। ਬਹੁਤ ਬੜਾ ਹੋ ਗਿਆ ਮਨ। ਜਿਹਦਾ ਬਹੁਤ ਬੜਾ ਮਨ ਹੈ, ਬੜਾ ਮਨ ਉਹਦਾ ਹੈ ਜਿਹਦੇ ਅੰਦਰ ਹੰਕਾਰ ਹੈ। ਹੰਕਾਰੀ ਦਾ ਮਨ ਬਹੁਤ ਬੜਾ ਹੈ। ਤੇ ਹੰਕਾਰੀ ਆਦਮੀ ਤੇ ਗੁਰੂ ਕੋਲ ਪਹੁੰਚਿਆ ਹੀ ਨਹੀਂ, ਦਰਵਾਜ਼ੇ ਕੋਲ ਪਹੁੰਚਿਆ ਹੀ ਨਹੀਂ। ਤੇ ਜਿਹੜਾ ਹੰਕਾਰ ਛੱਡ ਕੇ ਆਇਆ, ਫਿਰ ਅਗਲੇ ਸ਼ਲੋਕ ਦੇ ਵਿੱਚ ਹੋਰ ਵੀ ਸਪਸ਼ਟ ਕਰਦੇ ਹਨ। ਕਹਿੰਦੇ ਹਨ, ਕਬੀਰ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਓ, ਮੁਕਤ ਦਵਾਰਾ ਮੋਕਲਾ ਸਹਿਜੇ ਆਵੋ ਜਾਓ। ਕਹਿੰਦੇ ਇਹੋ ਜਿਹਾ ਸਤਿਗੁਰ ਜੇ ਮਿਲੇ, ਮਿਲ ਜਾਵੇ, ਤੁਠਾ ਕਰੇ ਪਸਾਓ, ਖੁਸ਼ ਹੋ ਕੇ ਮਿਹਰ ਕਰੇ। ਗੁਰੂ ਨਾਰਾਜ਼ ਨਹੀਂ ਹੁੰਦਾ ਹੈ, ਖਿਆਲ ਵਿੱਚ ਰੱਖਣ ਯੋਗ ਹੈ। ਕਈ ਵਾਰਾਂ, ਜ਼ਿਆਦਾਤਰ ਕਈ ਵਾਰਾਂ ਕਿਉਂ ਐਸਾ ਹੀ ਲੋਕ ਸੋਚਦੇ ਹਨ ਵੀ ਸਾਡੇ 'ਚ ਤਾਂ ਕੋਈ ਕਮੀ ਨਹੀਂ ਹੈ, ਵੀ ਗੁਰੂ ਤੁਰੁੱਠੇਗਾ, ਗੁਰੂ ਖੁਸ਼ ਹੋਵੇਗਾ, ਗੁਰੂ ਕਿਰਪਾ ਕਰੇਗਾ। ਨਹੀਂ, ਐਸਾ ਨਹੀਂ ਹੈ। ਗੁਰੂ ਵਿਤਕਰਾ ਨਹੀਂ ਕਰਦਾ ਹੈ। ਜਿਹੜਾ ਮਿਟਣ ਨੂੰ ਤਿਆਰ ਹੈ ਨਾ, ਉੱਤੇ ਕਿਰਪਾ ਹੁੰਦੀ ਹੈ। ਜਿਹੜਾ ਹੰਕਾਰ ਛੱਡ ਕੇ ਆ ਗਿਆ ਹੈ ਨਾ,
ਝੁਕ ਗਿਆ ਹੈ ਆਣ ਕੇ ਕਦਮਾਂ ਦੇ ਵਿੱਚ, ਉਹਦੇ 'ਚ ਆਪਣੇ ਆਪ ਹੀ ਬਖਸ਼ਿਸ਼ ਹੁੰਦੀ ਹੈ। ਫਿਰ ਉਹਦੇ ਵਾਸਤੇ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਆਪਣੇ ਆਪ ਹੀ ਗੁਰੂ ਦਾ, ਕਿਉਂਕਿ ਗੁਰੂ ਆਪ ਮਿਟਿਆ ਹੋਇਆ ਹੈ ਨਾ। ਅਤੇ ਜਿਹੜਾ ਮਿਟ ਕੇ ਆਵੇਗਾ ਉਹਦੇ ਵਾਸਤੇ ਦਰਵਾਜ਼ਾ ਖੁੱਲ੍ਹੇਗਾ ਹੀ ਨਾ। ਫਿਰ ਮੁਕਤ ਦੁਆਰਾ ਮੋਕਲਾ ਸਹਿਜੇ ਆਓ, ਫਿਰ ਖੁੱਲ੍ਹਾ ਹੋ ਗਏ ਜਾਓ। ਪਰ ਜਿੰਨਾ ਚਿਰ ਹਾਥੀ ਵਰਗਾ ਮਨ ਹੈ, ਹੰਕਾਰੀ ਹੈ, ਬਹੁਤ ਵੱਡੀ ਜਾਣਕਾਰੀ ਲੈ ਕੇ ਆਇਆ ਹੈ, ਆਪਣੇ ਆਪ ਨੂੰ ਕੁਛ ਸਮਝਦਾ ਹੈ, ਗਿਆਨੀ ਹੈ, ਧਿਆਨੀ ਹੈ, ਉਹਨਾਂ ਚਿਰ ਤੇ ਗੁਰੂ ਕੋਲ ਆਇਆ ਹੀ ਨਹੀਂ। ਤੁਹਾਨੂੰ ਮੁਕਤ ਦੁਆਰਾ ਬਹੁਤ ਸੰਕਰਾ, ਬਹੁਤ ਔਖਾ ਲੱਗੇਗਾ, ਬਹੁਤ ਕਠਿਨ ਲੱਗੇਗਾ। ਜਿਹੜਾ ਹੰਕਾਰੀ ਹੈ ਉਹਦੇ ਵਾਸਤੇ ਬਹੁਤ ਕਠਿਨ ਹੈ ਮੁਕਤੀ। ਕਠਿਨ ਕਿਉਂ? ਅਸੰਭਵ ਹੈ, ਹੋ ਹੀ ਨਹੀਂ ਸਕਦੀ। ਹਾਥੀ ਵੀ ਲੰਘ ਸਕਦਾ ਸਕਰੇ ਦਰਵਾਜ਼ੇ ਥਾਣੀ, ਪਰ ਹੰਕਾਰ ਜਿਹੜਾ ਹੈ ਨਾ, ਇਹ ਗੁਰੂ ਦੇ ਦਰਵਾਜ਼ੇ ਥਾਣੀ ਨਹੀਂ ਲੰਘ ਸਕਦਾ। ਕਦੀ ਹੋਇਆ ਨਹੀਂ। ਮੈਂ ਨਹੀਂ ਲੰਘ ਸਕਦੀ ਕਦੇ ਵੀ, ਹਉ ਨਹੀਂ ਲੰਘ ਸਕਦੀ। ਅਤੇ ਜਿਹੜਾ ਹਉ ਮੈਂ ਨੂੰ ਸਮਰਪਿਤ ਕਰਦਾ ਹੈ, ਮਨ ਨੂੰ ਸਮਰਪਿਤ ਕਰਦਾ ਹੈ ਗੁਰੂ ਦੇ ਦੁਆਰੇ, ਗੁਰੂ ਦੇ ਕੋਲ, ਮਨ ਦੇ ਰਾਮ ਲਿਆ ਹੈ, ਉਹਦੇ ਵਾਸਤੇ ਫਿਰ ਦਰਵਾਜ਼ਾ ਖੁੱਲ੍ਹ ਜਾਂਦਾ। ਅਤੇ ਮਨ ਹੈ ਸੰਸਾਰ ਦੀ ਪੈਦਾਇਸ਼, ਅਤੇ ਮਨ ਭੇਟ ਕਰ ਦਿੱਤਾ ਤਾਂ ਸਭ ਕੁਛ ਹੀ ਭੇਟ ਹੋ ਗਿਆ। ਫਿਰ ਉਹਦਾ ਬਾਕੀ ਕੁਝ ਰਿਹਾ ਹੀ ਨਹੀਂ। ਉਹ ਮਰਨ ਨੂੰ ਤਿਆਰ ਹੋ ਗਿਆ। ਜਿਵੇਂ 5 ਪਿਆਰੇ ਆਏ ਸਨ, ਮਰਨ ਨੂੰ ਤਿਆਰ ਹੋ ਗਏ। ਫਿਰ ਉਹਨਾਂ ਦਾ ਸਭ ਕੁਛ ਹੀ ਬਦਲ ਦਿੱਤਾ ਗੁਰੂ ਨੇ। ਰਿਹਾ ਹੀ ਕੁਛ ਨਹੀਂ, ਪਿਛੋਕੜ ਥੋੜ੍ਹੀ ਰਿਹਾ ਉਹਨਾਂ ਦਾ। ਫਿਰ ਤੇ ਉਹ ਉੱਥੋਂ ਦੇ ਨਿਵਾਸੀ ਹੋ ਗਏ ਨਾ, ਗੁਰੂ ਦੇ ਪਿਆਰੇ ਹੋ ਗਏ। ਪਿਛਲਾ ਜਾਂਦਾ ਲੱਗਾ। ਅਤੇ ਜਿਹੜਾ ਸੰਸਾਰ ਵੱਲੋਂ ਮਰਨ ਨੂੰ ਤਿਆਰ ਹੈ, ਅਤੇ ਸੰਸਾਰ ਵੱਲੋਂ ਮਰਨ ਨੂੰ ਉਹੀ ਤਿਆਰ ਹੋਵੇਗਾ ਜਿਹੜਾ ਸੰਸਾਰ ਨੂੰ ਜਾਣ ਲੈਂਦਾ ਹੈ, ਭੋਗ ਲੈਂਦਾ ਹੈ ਵੀ ਸਭ ਵਿਅਰਥ ਹੈ, ਅਸਾਰ ਹੈ। ਅਤੇ ਕਬੀਰ ਨੇ ਜਾਣਿਆ ਹੋਵੇਗਾ, ਅਤੇ ਉਹਨਾਂ ਦੇ ਅੰਦਰ ਫਿਰ ਚਾਅ ਪੈਦਾ ਹੋਇਆ। ਫਿਰ ਖਿਆਲ ਵਿੱਚ ਰੱਖਣ ਯੋਗ ਹੈ। ਬਹੁਤ ਲੋਕ ਸੰਸਾਰ ਦੇ ਵਿੱਚ ਅਸਫਲ ਹੋ ਜਾਂਦੇ ਹਨ। ਉਹਨਾਂ ਨੂੰ ਨਹੀਂ ਮਿਲਦਾ ਜੋ ਕੁਛ ਚਾਹੀਦਾ ਹੈ, ਅਤੇ ਉਹਨਾਂ ਦੇ ਅੰਦਰ ਵੀ ਵੈਰਾਗ ਪੈਦਾ ਹੋ ਜਾਂਦਾ ਹੈ। ਉਹ ਵੀ ਮਰਨਾ ਚਾਹੁੰਦੇ ਹਨ, ਪਰ ਉਹ ਟੋਟਲ ਮਰਨਾ ਨਹੀਂ ਚਾਹੁੰਦੇ ਹਨ। ਜ਼ਿਆਦਾਤਰ ਲੋਕ ਸਰੀਰ ਕਰਕੇ, ਜਿਹਨੂੰ ਆਤਮ ਹੱਤਿਆ ਤੁਸੀਂ ਕਹਿ ਦਿੰਦੇ ਹੋ, ਉਹ ਕਰ ਲੈਂਦੇ ਹਨ, ਅਤੇ ਸਰੀਰ ਮਰ ਜਾਂਦਾ ਹੈ। ਤਾਂ ਉਹਨਾਂ ਦੀ ਯਾਤਰਾ ਅੱਗੇ ਜਾਰੀ ਰਹਿੰਦੀ ਹੈ। ਅਤੇ ਜੈਸਾ ਕਬੀਰ ਜੀ ਮਰਨ ਦਾ ਚਾਅ ਲੈ ਕੇ ਬੈਠੇ ਹੋਏ ਹਨ ਨਾ, ਸ਼ੌਂਕ, ਵੈਸਾ ਸ਼ੌਂਕ ਤਾਂ ਕਿਸੇ ਵਿਰਲੇ ਨੂੰ ਪੈਦਾ ਹੁੰਦਾ ਹੈ। ਐਸਾ ਕਹਿੰਦੇ ਵੀ ਹਨ ਨਾ ਕਬੀਰ ਜੀ ਇੱਕ ਸਲੋਕ ਦੇ ਵਿੱਚ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ। ਕਹਿੰਦੇ ਜਿਹੜੇ ਮਰਨ ਤੋਂ ਸਾਰਾ ਜਗਤ ਡਰਦਾ ਹੈ। ਹੁਣ ਤੁਸੀਂ ਖਿਆਲ ਕਰੋ ਵੀ ਇਹ ਜਿਹੜੀ ਮਰਨੀ ਹੈ, ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਵੀ ਇਹ ਜਿਹੜੀ ਮਰਨੀ ਹੈ ਗੁਰੂ ਦੇ ਦਵਾਰ 'ਤੇ ਜਾਂ ਹਰੀ ਦੇ ਦਵਾਰ 'ਤੇ ਕਹਿ ਲਓ, ਇਸ ਮਰਨ ਤੋਂ ਬਹੁਤ ਜ਼ਿਆਦਾ ਡਰਦੇ ਹਨ ਲੋਕ। ਖਿਆਲ ਵਿੱਚ ਰੱਖੋ, ਸਰੀਰ ਦੇ ਮਰਨ ਤੋਂ ਲੋਕ ਘੱਟ ਡਰਦੇ ਹਨ। ਦੇਖਿਆ ਹੀ ਹੈ ਤੁਸੀਂ, ਬਹੁਤ ਐਸੇ ਹਨ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਹਨ ਇੱਕਦਮ। ਧਰਮ ਵਾਸਤੇ, ਜਾਤੀ ਵਾਸਤੇ, ਮਜ਼ਹਬ ਵਾਸਤੇ, ਦੇਸ਼ ਵਾਸਤੇ ਮਰਨ ਨੂੰ ਤਿਆਰ ਹੋ ਜਾਂਦੇ ਆ। ਉਹ ਸੁਖਾਲਾ ਹੈ ਮਰਨਾ, ਪਰ ਇਹ ਮਰਨਾ ਜਿਹੜਾ ਹੈ ਨਾ, ਬਹੁਤ ਕਠਿਨ ਹੈ। ਕਠਿਨ ਹੈ, ਅਸੰਭਵ ਨਹੀਂ। ਅਤੇ ਇਸ ਮਰਨੀ ਤੋਂ ਸਾਰਾ ਹੀ
ਲੋਕ ਡਰਦੇ ਹਨ। ਤਦੇ ਤੇ ਕਬੀਰ ਜੀ ਕਹਿ ਰਹੇ ਹਨ, ਜਿਸ ਮਰਨੇ ਤੇ ਜਗ ਡਰੈ, ਸਾਰਾ ਜਗ। ਕਹਿੰਦੇ ਮੇਰੇ ਮਨ ਆਨੰਦ, ਮੈਨੂੰ ਖੁਸ਼ੀ ਹੈ ਉਸ ਮਰਨ ਦੀ, ਕਿਉਂਕਿ ਉਸ ਮਰਨ ਤੋਂ ਬਾਅਦ ਕੀ ਹੁੰਦਾ ਹੈ, ਮਰਨੇ ਤੇ ਹੀ ਪਾਈ ਪੂਰਨ ਪਰਮਾਨੰਦ। ਸੋਚ ਕੇ ਉਸ ਮਰਨ ਬਾਰੇ ਤੇ ਆਨੰਦ ਹੋ ਰਿਹਾ ਕਬੀਰ ਜੀ ਨੂੰ। ਪਰ ਕਹਿੰਦੇ ਹਨ ਜਦੋਂ ਉਸ ਮਰਨੀ ਮਰ ਗਏ ਨਾ, ਫਿਰ ਪੂਰਨ ਪਰਮਾਨੰਦ, ਪਰਮ ਆਨੰਦ ਦੇ ਵਿੱਚ ਬੂੰਦ ਦੀ ਤਰ੍ਹਾਂ ਮਿਟ ਗਏ ਤੇ ਸਾਗਰ ਦੇ ਵਿੱਚ ਲੀਨ ਹੋ ਗਏ। ਤੇ ਜਿਹੜਾ ਬੂੰਦ ਦੀ ਤਰ੍ਹਾਂ ਮਿਟ ਜਾਂਦਾ ਹੈ ਤੇ ਸਾਗਰ ਦੇ ਵਿੱਚ ਲੀਨ ਹੋ ਜਾਂਦਾ ਹੈ, ਤੇ ਸਾਗਰ ਦਾ ਕੀ ਡਰੈਸ, ਪਰਮਾਤਮਾ ਦਾ ਕੋਈ ਡਰੈਸ, ਕੋਈ ਨਾਮ, ਕੋਈ ਪਤਾ, ਕੋਈ ਜਾਤੀ, ਕੋਈ ਪਾਤੀ ਥੋੜ੍ਹੀ, ਸਭ ਮਨੁੱਖ ਦੀ ਹੈ। ਤੇ ਮਨੁੱਖ ਦੀ ਤਰ੍ਹਾਂ ਜਿਹੜਾ ਖੋ ਗਿਆ ਤੇ ਖੋਣਾ ਹੈ, ਆਪ ਗਵਾਈਏ ਤਾਂ ਸਹੁ ਪਾਈ। ਗਵਾਉਣਾ ਹੈ, ਮਿਟਣਾ ਹੈ। ਤੇ ਮਿਟਣੋਂ ਬਹੁਤ ਡਰਦਾ ਹੈ ਮਨੁੱਖ। ਪਰ ਬਹੁਤ ਵਡਭਾਗੀ ਹਨ ਕਬੀਰ ਜੀ ਵਰਗੇ, ਜਿਨ੍ਹਾਂ ਦੇ ਅੰਦਰ ਮਿਟਣ ਦਾ ਚਾਅ, ਮਿਟਣ ਦਾ ਸ਼ੌਕ ਪੈਦਾ ਹੋਇਆ। ਤੇ ਮਿਟਣਾ ਹੈ ਗੁਰੂ ਦੇ ਦਵਾਰ। ਤੇ ਜਿਹੜਾ ਗੁਰੂ ਦੇ ਦਵਾਰ ਮਿਟ ਗਿਆ, ਉਹ ਫਿਰ ਦਰਵਾਜ਼ੇ ਤੋਂ ਅੱਗੇ ਚਲੇ ਜਾਂਦਾ ਹੈ। ਸੰਸਾਰ ਵਾਲੇ ਪਾਸੇ ਤੋਂ ਮਿਟ ਗਿਆ ਤੇ ਫਿਰ ਦਰਵਾਜ਼ੇ ਤੋਂ ਅੱਗੇ ਪਰਮਾਤਮਾ ਵਾਲੇ ਪਾਸੇ ਚਲੇਗਾ। ਇੱਕ ਪਾਸੇ ਤੋਂ ਮਿਟੇਗਾ ਤਾਂ ਹੀ ਦੂਸਰੇ ਪਾਸੇ ਜਾਵੇਗਾ ਨਾ। ਤੁਸੀਂ ਆਪ ਸੋਚੋ, ਝੂਠ ਵੱਲੋਂ ਮਿਟ ਗਿਆ ਤੇ ਸੱਚ ਵਾਲੇ ਪਾਸੇ ਚਲੇ ਗਿਆ। ਤੇ ਇਹ ਗੁਰੂ ਦਾ ਦਵਾਰ ਸਦਾ ਖੁੱਲ੍ਹਾ ਰਹਿੰਦਾ ਹੈ। ਤੇ ਜਿਹੜਾ ਮਿਟਣ ਨੂੰ ਤਿਆਰ ਹੈ ਨਾ, ਉਹ ਪਹੁੰਚ ਜਾਂਦਾ ਹੈ।